बड़े इल्जाम वैसे तो विरोधी सरकारां नूं घेर दिंदे, इत्थे सरकार विरोधियों नूं घेर रही है कि बड़े गैंगस्टर पाले सी, फर्जी FIR जेलों च रखे, 40,000 करोड़ का रेता खा गए जी। ਮੈਨੂੰ ਨਹੀਂ ਸਮਝ ਆਈ ਵੀ ਇਹ ਸਰਕਾਰ ਚੱਲ ਕਿੱਦਾਂ ਰਹੀ ਹੈ। 21 ਲੱਖ ਦਾ ਪੇਪਰਲੈਸ ਬਜਟ ਕਰਕੇ ਬਹੁਤ ਰੌਲਾ ਪਾਇਆ। ਅੱਛਾ 42 ਲੱਖ ਦੀ ਐਡ ਦਿੱਤੀ। ਇਹਨਾਂ ਦੇ ਜਿਹੜਾ ਸਬਕੌਂਸ਼ੀਅਸ ਮਾਈਂਡ ਹੁੰਦਾ ਨਾ, ਉਹਦੇ ਵਿੱਚ ਦਿੱਲੀ ਦਾ ਬਹੁਤ ਡਰ ਆ। ਮੈਂ ਪਹਿਲੇ ਦਿਨ ਹੀ ਵਿਧਾਨ ਸਭਾ ਦੇ ਕਿਹਾ ਸੀ ਵੀ ਦਿੱਲੀ ਤੋਂ ਇੰਨਾ ਡਰੋ ਨਾ। ਮੈਂ ਛੋਟੀ ਦਿੱਲੀ ਦੀ ਗੱਲ ਕੀਤਾ, ਜਿਹੜੇ ਮਿਊਨਿਸਪੈਲਿਟੀ ਦੀ ਗੱਲ ਹੈ। ਤੁਸੀਂ ਕਹਿ ਰਹੇ ਕਿ ਦਿੱਲੀ ਤੋਂ ਡਰਦੇ ਨੇ, ਛੋਟੀ ਦਿੱਲੀ ਤੋਂ ਡਰਦੇ ਨੇ। ਉਹ ਕਹਿੰਦੇ ਕਿ ਕਾਂਗਰਸ ਨੂੰ ਅਰਵਿੰਦ ਕੇਜਰੀਵਾਲ ਫੋਬੀਆ ਹੋ ਗਿਆ ਜੀ। ਤੁਸੀਂ ਜਿਵੇਂ ਕਹਿ ਕੇ ਛੋਟੀ ਦਿੱਲੀ ਤੋਂ ਪੰਜਾਬ ਵਾਲੇ ਡਰਦੇ ਨੇ, ਕਹਿੰਦੇ ਵੱਡੀ ਦਿੱਲੀ ਤੋਂ ਕਾਂਗਰਸ ਵਾਲੇ ਡਰਦੇ ਹੈਗੇ ਨੇ, BJP 'ਚ ਸ਼ਾਮਲ ਹੋ ਰਹੇ ਨੇ। ਤਾਂ ਭਗਵੰਤ ਮਾਨ ਜੀ ਨੇ ਸਟੇਟਮੈਂਟ ਹੀ ਦਿੱਤੀ ਆ ਵੀ ਜੇ ਸਾਧੂ ਸਿੰਘ ਧਰਮਸੋਤ ਨੂੰ ਅਸੀਂ 3 ਵਜੇ ਨਾ ਫੜਦੇ ਤੇ ਸ਼ਾਇਦ ਉਹ BJP 'ਚ ਚਲੇ ਜਾਂਦੇ। ਸੋ ਇਹਦਾ ਮਤਲਬ BJP 'ਚ ਜਾ ਕੇ ਫਿਰ ਉਹ ਕੋਈ ਵਾਸ਼ਿੰਗ ਮਸ਼ੀਨ ਹੈ ਜਿਹਦੇ ਨਾਲ ਸਾਫ਼ ਹੋ ਜਾਂਦੇ ਆ। ਇਕੱਲੇ ਜੋਕਰ ਨਾਲ ਤੁਸੀਂ ਸਰਕਸ ਥੋੜ੍ਹੀ ਚਲਾ ਸਕਦੇ, ਇਕੱਲੇ ਸੋਸ਼ਲ ਮੀਡੀਆ ਨਾਲ। ਸਰਕਸ ਤੇ ਜੋਕਰ ਕੌਣ ਆ? ਸੂਬਾ ਸਰਕਾਰ ਲਗਾਤਾਰ ਵਿਰੋਧੀਆਂ ਨੂੰ ਘੇਰ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ। ਰੇਤ ਮਾਈਨਿੰਗ 40,000 ਕਰੋੜ ਦੀ ਹੋਈ ਸੀ। ਜੇਲ੍ਹਾਂ 'ਚ ਫਰਜੀ FIR ਦਰਜ ਕਰਕੇ UP ਦੇ ਗੈਂਗਸਟਰ ਰੱਖੇ ਗਏ ਸੀ। ਐਜੂਕੇਸ਼ਨ 'ਤੇ ਵੀ ਕੋਈ ਕੰਮ ਨਹੀਂ ਕੀਤਾ ਹੈਗਾ। ਬਹੁਤ ਸਾਰੇ ਮੁੱਦੇ ਨੇ, ਇਹਨਾਂ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸਾਬਕਾ ਵਜ਼ੀਰ ਤੇ ਮੌਜੂਦਾ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਹੋਣੀ, ਉਹਨਾਂ ਦੇ ਨਾਲ ਗੱਲਬਾਤ ਕਰਦੇ। बड़े इल्जाम वैसे तो विरोधी सरकारां नूं घेर दिंदे, इत्थे सरकार विरोधियों नूं घेर रही है कि बड़े गैंगस्टर पाले सी, फर्जी FIR जेलों च रखे, 40,000 करोड़ का रेता खा गए जी। नहीं हुण तां 3 महीने इन्हां नूं आया नूं हो गए। तुहानूं लग्गिया भी बदलाव? देखो जित्थों तक तो पहली गल है, मैं तुहाडे नाल गल करदा बजट की जी। बजट एक बिल्कुल एक्सेल शीट नहीं जिद्दां हुंदी भी ये 7-8 का आ, ये 9-10 का, ये 11-12 का। ਉਹਦੇ ਵਿੱਚ ਕਿਸੇ 'ਚ 2% ਵਧਾ ਕੇ, ਕਿਸੇ 'ਚ 5% ਵਧਾ ਕੇ, ਕਿਸੇ 'ਚ 10% ਵਧਾ ਕੇ। ਅੱਛਾ ਉਨੀ ਤਾਂ ਇਨਫਲੇਸ਼ਨ ਰੇਟ ਵੱਧ ਜਾਣੀ ਆ। ਮੈਨੂੰ ਇਹਦੇ ਵਿੱਚ ਕੋਈ ਵੀ ਇਨੋਵੇਟਿਵ ਆਈਡੀਆ ਨਹੀਂ ਲੱਗਾ ਜਿੰਨਾ ਇਹਨਾਂ ਨੇ ਰੌਲਾ ਪਾਇਆ ਸੀ। ਅੱਛਾ केजरीवाल जी ਦੀ स्टेटमेंट तो सब नूं पता ही आ, कहते कि 31,000 करोड़ रुपया तो हम 20% की करप्शन के हिसाब से हम बजट से निकाल लेंगे। वो तुहानूं किते दसिया भी बजट च करप्शन हुंदी है? और उहदे तो बाद 20,000 करोड़ रुपया रेता दा तुहानूं किते दसिया? 3400 करोड़ रुपये की इन्हां ने इनहांसमेंट दित्ती सीगी, बट कल उहदा रौला पै गया भी हाँ भी उहदी स्टे हुई आ। अजे 30% ठेके इन्हां दे मेरा ख्याल है कि नीलाम होए आ, बाकी 70% वो भी नहीं होए। सो मैनू नहीं समझ आई भी ये सरकार चल किदां रही है। और उत्तों 21 ਲੱਖ ਦਾ पेपरलैस बजट करके बहुत रौला पाया। अच्छा 42 ਲੱਖ ਦੀ ਐਡ देती पेपरां नूं। मैनू ये नहीं समझ आउंदी भी ये पंजाब दा करना की चाहुंदे आ, पंजाब नूं की करना चाहुंदे आ। अज तक पिछले 3 ਮਹੀਨਿਆਂ 'ਚ मेरे को RTI दी पेपर भी हैगा, 40 करोड़ दियां ऐडां देतियां। यानी 14.5 करोड़ की ऐड तो मतलब इन्हां चीज़ां लई देती भी हाँ भी असीं जिहड़ी हैगी आ करप्शन हैल्पलाइन जिहड़ी आ शुरू कीती है। अच्छा गुजरात दे विच, तमिलनाडु दे विच, मध्य प्रदेश दे विच, हिमाचल च, मतलब मैं तो हैरान आ भी ये सरकार नूं की करना चाहुंदे आ। अच्छा तुसीं तां अगे नालों भी अच्छा देखो ਜਿਹੜਾ ਬਜਟ ਹੁੰਦਾ ਉਹਦਾ ਸਭ ਤੋਂ ਵਧੀਆ ਇੰਡੀਕੇਸ਼ਨ ਇਹ ਹੁੰਦੀ ਆ ਕਿ ਹਾਂ ਵੀ ਤੁਹਾਡਾ ਕੈਪੀਟਲ ਐਕਸਪੈਂਡੀਚਰ ਕੀ ਆ, ਵੀ ਤਾਂ ਕਿ ਤੁਹਾਡੇ ਸੂਬੇ ਦਾ ਇਨਫਰਾਸਟਰਕਚਰ ਜਾਂ ਤੁਹਾਡੇ ਸੂਬੇ ਦੀ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਆਮ ਲੋਕਾਂ ਦੇ ਵਿੱਚ ਜਾਣੀਆਂ ਚਾਹੀਦੀਆਂ ਉਹ ਕੀ ਆ। ਪਿਛਲੀ ਵਾਰੀ 10,000 ਕਰੋੜ ਸੀ, ਇਸ ਵਾਰੀ ਅਪਰੋਕਸੀਮੇਟਲੀ 10,800 ਕਰੋੜ ਆ। ਇਦੋਂ ਵੱਧ ਤਾਂ ਇਨਫਲੇਸ਼ਨ ਹੋ ਜਾਣੀ ਆ। ਫਿਰ ਤੁਸੀਂ ਕੀ ਲੈ ਕੇ ਆਏ ਮੈਨੂੰ ਇਹ ਤਾਂ ਦੱਸ ਦਿਓ ਨਾ। ਤੇ 3 ਮਹੀਨਿਆਂ 'ਚ ਰੇਤਾ ਤੋਂ ਮੇਰਾ ਖਿਆਲ ਹੈ ਵੀ 30 ਕਰੋੜ ਰੁਪਈਆ ਹਜੇ ਇਕੱਠਾ ਹੋਇਆ 3 ਮਹੀਨਿਆਂ ਦੇ ਵਿੱਚ, ਤੇ 12 ਮਹੀਨਿਆਂ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਇਹਨਾਂ ਦਾ। ਕਹਿੰਦੇ ਅੱਗੇ ਅੱਗੇ ਦੇਖਿਓ ਜੇ ਤੇ ਕਹਾਣੀ ਸ਼ੁਰੂ ਹੋਈ ਹੈ ਜੀ। ਨਹੀਂ ਮੈਂ ਤਾਂ ਕਹਿੰਦਾ ਵੀ ਕਹਾਣੀ ਦਿਖਾਉਣ। ਐਕਚੁਅਲੀ ਆਈ ਵਿਸ਼ ਕਿ ਇਹ ਚੰਗਾ ਕਰਨ ਪੰਜਾਬ ਲਈ। ਮੇਰੀ ਤਾਂ ਹਮੇਸ਼ਾ ਮੈਂ ਤਾਂ ਕਿਉਂਕਿ ਪੋਜ਼ੀਟਿਵ ਐਂਗਲ ਦੇਖਦਾ ਹੈਗਾ। ਇਹਨਾਂ ਨੇ ਸਰਕਾਰ ਚਲਾਉਣੀ ਆ, ਲੇਕਿਨ 3 ਮਹੀਨਿਆਂ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਉੱਥੇ ਸੰਗਰੂਰ ਦੇ ਵਿੱਚ ਤਾਂ ਦੱਸ ਦਿੱਤਾ ਵੀ ਤੁਸੀਂ ਕਿੱਦਾਂ ਦੀ ਚਲਾ ਰਹੇ ਹੋ। ਤੇ ਮੈਂ ਕਹਿੰਦਾ ਹਜੇ ਵੀ ਸੰਭਲ ਜਾਣ। ਇਹ ਚੰਗੀ ਗੱਲ ਹੋਈ। ਮੈਂ ਕਹਿੰਦਾ ਜੇ ਹੈ ਨਾ ਦੂਸਰੇ ਐਂਗਲ ਨਾਲ ਦੇਖੀਏ ਇਹ ਚੰਗੀ ਗੱਲ ਹੋਈ ਆ। ਕਈ ਵਾਰੀ ਬੰਦਿਆਂ ਦਾ ਦਿਮਾਗ ਬੜਾ ਖਰਾਬ ਹੋ ਜਾਂਦਾ ਵੀ ਹਾਂ ਵੀ ਖਰੇ ਅਸੀਂ ਤਾਂ ਬਹੁਤ ਸਿਆਣੇ ਆ, ਬਹੁਤ ਦੂਰ ਅੰਦੇਸ਼ੀ ਆ, ਅਤੇ ਪੰਜਾਬ ਨੂੰ ਪਤਾ ਨਹੀਂ ਕਿੱਥੇ ਲੈ ਜਾਵਾਂਗੇ। ਲਿਜਾਣ ਮੈਂ ਕਹਿੰਦਾ ਚੰਗੀ ਗੱਲ ਆ।
ਐਂਡ ਆਈ ਵੁੱਡ ਲਵ ਟੂ ਐਪਰੀਸ਼ੀਏਟ ਇਟ। ਪਰ ਉਹ ਕਹਿੰਦੇ ਕਿ ਕਾਂਗਰਸੀ ਕਿੱਡੇ ਕਮਾਲ ਦੇ ਜਿਗਰੇ ਵਾਲੇ ਨੇ, ਹਾਰ ਕੇ ਵੀ ਜਸ਼ਨ ਮਨਾਈ ਜਾਂਦੇ ਹੈਗੇ ਨੇ। ਅਸੀਂ ਤੇ ਹਾਰੇ ਨੇ, ਜਲੂਸ ਕਾਂਗਰਸ ਦਾ ਨਿਕਲਿਆ ਹੋਇਆ। ਸਾਡੀ ਦੇਖੋ ਰਿਕਵਰੀ ਨਹੀਂ ਹੈਗੀ, ਕਿਉਂਕਿ ਦੇਖੋ ਲੋਕਾਂ ਨੇ 80 ਤੋਂ 18 ਤੇ ਲੈ ਆਂਦਾ। ਹਜੇ ਸਾਨੂੰ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਆ, ਚੰਗੇ ਚੰਗੇ ਬੰਦਿਆਂ ਨੂੰ ਇੰਡਕਟ ਕਰਨ ਦੀ ਜ਼ਰੂਰਤ ਆ, ਚੰਗੇ ਬੰਦਿਆਂ ਨੂੰ ਉਭਾਰਨ ਦੀ ਜ਼ਰੂਰਤ ਆ, ਔਰ ਉਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਰਹੀਆਂ ਉਹਦੇ 'ਤੇ ਕੰਮ ਕਰਨ ਦੀ ਜ਼ਰੂਰਤ ਆ। ਪਰ ਇਹ ਜਿਹੜੇ 3 ਮਹੀਨੇ ਪਹਿਲਾਂ ਆਏ ਸੀਗੇ 92 ਸੀਟਾਂ ਵਾਲੇ, ਉਹਦੇ ਵਿੱਚੋਂ 9 ਸੀਟਾਂ 'ਚੋਂ ਮੈਨੂੰ ਲੱਗਦਾ 1 ਜਾਂ 2 ਬਚੀਆਂ ਜਾਂ 3 ਬਚੀਆਂ ਜੀ। ਇਹਨਾਂ ਦੇ 2 ਤਾਂ ਮੰਤਰੀ ਵੀ ਹਾਰ ਗਏ, ਜਿਹੜੇ ਫਾਈਨਾਂਸ ਮਿਨਿਸਟਰ ਆ ਤਮੀਤ ਹੇਰ ਜੀ। ਸੋ ਮੈਨੂੰ ਨਹੀਂ ਸਮਝ ਆਈ ਵੀ ਇਹ ਜਿਹੜੀ ਆ ਕਿਹੋ ਜਿਹਾ ਥਾਟ ਪ੍ਰੋਸੈਸ ਦੇ ਵਿੱਚੋਂ ਨਿਕਲਦੇ ਆ। ਜਗਤਾਰ ਜੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਇਹਨਾਂ ਦੇ ਜਿਹੜਾ ਸਬਕੌਂਸ਼ੀਅਸ ਮਾਈਂਡ ਹੁੰਦਾ ਨਾ, ਉਹਦੇ ਵਿੱਚ ਦਿੱਲੀ ਦਾ ਬਹੁਤ ਡਰ ਆ। ਮੈਂ ਪਹਿਲੇ ਦਿਨ ਹੀ ਵਿਧਾਨ ਸਭਾ ਦੇ ਕਿਹਾ ਸੀ ਵੀ ਦਿੱਲੀ ਤੋਂ ਇੰਨਾ ਡਰੋ ਨਾ। ਮੈਂ ਛੋਟੀ ਦਿੱਲੀ ਦੀ ਗੱਲ ਕੀਤਾ, ਜਿਹੜੇ ਮਿਊਨਿਸਪੈਲਿਟੀ ਦੀ ਗੱਲ ਹੈ, ਠੀਕ ਹੈ ਨਾ। ਇਹ ਉਹਨਾਂ ਤੋਂ ਇੱਦਾਂ ਡਰਦੇ ਆ ਵੀ ਐਜੂਕੇਸ਼ਨ ਦੇ ਵਿੱਚ ਦੇਖੋ ਜੀ ਅਸੀਂ ਬਦਲਾਅ ਲੈ ਕੇ ਆਉਣਾ। ਯਾਰ ਜਿਹੜੀਆਂ ਚੀਜ਼ਾਂ ਕਹਿਣ ਡਏ ਆ ਉਹ ਤਾਂ ਅਸੀਂ ਕਰ ਹਟੇ ਹਾਂ। 14,500 ਸਮਾਰਟ ਸਕੂਲ ਹੈ, ਔਰ ਉਹਦੇ ਵਿੱਚ ਡਿਜੀਟਲ ਸਮਾਰਟ ਕਲਾਸਿਸ ਜਿਹੜੀਆਂ ਲੱਗਦੀਆਂ ਹੈਗੀਆਂ ਉਹਦੇ ਵਿੱਚ। ਅੱਛਾ ਬਈ ਇਹਨਾਂ ਦੇ ਹੀ ਜਿਹੜੇ ਡਿਪਟੀ CM ਹੈ ਦਿੱਲੀ ਦੇ, ਸਿਸੋਦੀਆ ਜੀ, ਉਹਨਾਂ ਦਾ ਇੱਕ ਕੋਟ ਹੈ। ਉਹਨਾਂ ਨੇ ਟਵੀਟ ਕੀਤਾ ਜਦੋਂ ਦਿੱਲੀ ਪਹਿਲਾਂ ਆਇਆ, 1 ਨੰਬਰ 'ਤੇ ਆਇਆ ਦਿੱਲੀ ਜਦੋਂ 17 ਜਾਂ 18 ਦੇ ਵਿੱਚ, ਅਤੇ ਉਹਨਾਂ ਨੇ ਕੋਟ ਕੀਤਾ ਵੀ ਹਾਂ ਵੀ ਇਹ ਵੀ ਅਸੀਂ ਇੱਥੇ ਚੇਂਜ ਲੈ ਕੇ ਆਂਦੀ ਆ। ਅੱਛਾ ਉਹਦੇ ਤੋਂ ਬਾਅਦ ਕੀ ਹੋਇਆ, 20 ਤੇ 21 ਦੇ ਵਿੱਚ ਅਸੀਂ ਫਸਟ ਆ ਗਏ, ਨੈਸ ਦੇ ਵਿੱਚ ਵੀ ਆ ਗਏ, ਅਤੇ ਜਿਹੜਾ PGI ਉਹਦੇ ਵਿੱਚ ਵੀ ਅਸੀਂ ਫਸਟ ਆ ਗਏ। ਲਓ ਇਹਨਾਂ ਦੇ ਮੂੰਹੋਂ ਫਿੱਟੇ ਮੂੰਹ ਨਹੀਂ ਨਿਕਲਿਆ। ਬਈ ਸਾਡੇ ਬੱਚਿਆਂ ਨੇ ਮਿਹਨਤ ਕੀਤੀ, ਸਾਡੇ ਟੀਚਰਸ ਨੇ ਮਿਹਨਤ ਕੀਤੀ, ਸਾਡੇ ਸਰਪੰਚਾਂ ਨੇ ਪੰਚਾਂ ਨੇ ਮਿਹਨਤ ਕੀਤੀ, ਮੋਹਤਬਰ ਬੰਦਿਆਂ ਨੇ ਮਿਹਨਤ ਕੀਤੀ, NRIs ਨੇ ਮੈਨੂੰ ਪਤਾ ਇਨਵੈਸਟ ਕੀਤਾ। ਬਈ ਜੇ ਸਾਡੇ ਬੱਚੇ ਪਹਿਲੇ ਆ ਹੀ ਗਏ ਤੇ ਤੁਸੀਂ ਕਮ ਸੇ ਕਮ ਐਪਰੀਸ਼ੀਏਟ ਤਾਂ ਕਰ ਦਿਓ ਯਾਰ। ਭਗਵੰਤ ਮਾਨ ਤੇ ਮੀਤ ਹੇਰ ਤਾਂ ਪੰਜਾਬ ਦੇ ਆ ਯਾਰ, ਇਹ ਦਿੱਲੀ ਦੇ ਥੋੜ੍ਹੇ। ਕਹਿੰਦੇ ਫਰਜੀ ਆ ਸਾਰੀ ਖੇਡ, ਕਹਿੰਦੇ ਅਸਲੀ ਅਸੀਂ ਕਰਕੇ ਦਿਖਾਵਾਂਗੇ। ਨਹੀਂ ਫਰਜੀ ਤਾਂ ਫਿਰ ਜਾਂ ਤਾਂ ਇਹਨਾਂ ਦਾ ਸਿਸੋਦੀਆ ਕਹਿ ਦੇਵੇ ਵੀ ਉਹ ਫਰਜੀ ਆ ਜਿਹੜੇ ਦਿੱਲੀ 'ਚ। ਕਿਉਂਕਿ ਇਹਨਾਂ ਨੂੰ ਮੈਂ ਕੱਲ੍ਹ ਇਸੇ ਕਰਕੇ ਘੇਰਿਆ ਸੀ ਵੀ ਤੁਸੀਂ ਜਦੋਂ ਇਹਨਾਂ ਬੈਂਚਾਂ 'ਤੇ ਬੈਠੇ ਸੀ ਤੁਸੀਂ ਕਿਹਾ ਸੀ ਵੀ ਪੰਜਾਬ ਦੀ ਐਜੂਕੇਸ਼ਨ ਦਾ ਬਹੁਤ ਮਾੜਾ ਹਾਲ, ਦਿੱਲੀ ਦਾ ਦੇਖੋ, ਦਿੱਲੀ ਦਾ ਦੇਖੋ, ਦਿੱਲੀ ਦਾ ਦੇਖੋ। ਅੱਛਾ ਹੁਣ ਜੇ ਪੰਜਾਬ 2021 'ਚ ਹੀ ਆਇਆ, ਇਹਨਾਂ ਤੋਂ ਪਹਿਲਾਂ ਹੀ ਆਇਆ ਨਾ। ਬਿਲਕੁਲ। ਇਹ ਤਾਂ ਪੰਜਾਬ ਨੂੰ ਦਿੱਲੀ ਤੋਂ ਅੱਗੇ ਲਿਆ ਹੀ ਨਹੀਂ ਸਕਦੇ ਜੋ ਇਹਨਾਂ ਦੀ ਮਾਨਸਿਕਤਾ ਆ। ਤੁਸੀਂ ਕਹਿ ਰਹੇ ਕਿ ਦਿੱਲੀ ਤੋਂ ਡਰਦੇ ਨੇ, ਛੋਟੀ ਦਿੱਲੀ ਤੋਂ ਡਰਦੇ ਨੇ। ਉਹ ਕਹਿੰਦੇ ਕਿ ਕਾਂਗਰਸ ਨੂੰ ਅਰਵਿੰਦ ਕੇਜਰੀਵਾਲ ਫੋਬੀਆ ਹੋ ਗਿਆ ਜੀ। ਨਹੀਂ ਫੋਬੀਆ ਫਾਬੀਆ ਕਾਹਦਾ, ਇਹੋ ਜਿਹੇ ਬੰਦੇ ਦਾ ਕਾਹਦਾ ਫੋਬੀਆ ਹੈ। ਅਸੀਂ ਤਾਂ ਕਹਿੰਦੇ ਪੰਜਾਬ ਲਈ ਚੰਗਾ ਕਰੋ ਯਾਰ, ਤੁਸੀਂ ਇੰਨਾ ਡਰੋ ਨਾ। ਯਾਰ ਪੰਜਾਬੀ ਬੇਸਿਕਲੀ ਆਪ ਰਾਜ ਕਰਨਾ ਜਾਣਦੇ ਹੋਣੇ ਚਾਹੀਦੇ ਆ ਜੀ। ਆਪ ਤੁਸੀਂ ਕਰੋ ਯਾਰ। ਮੈਨੂੰ ਪਤਾ ਕਿੱਥੋਂ ਰਿਮੋਟ ਕੰਟਰੋਲ ਤੋਂ ਕਿੱਥੋਂ ਚੱਲਦੀ ਹੈ ਸਰਕਾਰ, ਕਿਹੜੀ ਬਈ ਸਾਰਿਆਂ ਨੂੰ ਸਮਝ ਹੈਗੀ ਹੈ, ਕਿਸੇ ਨੂੰ ਇਹ ਤਾਂ ਹੈ ਨਹੀਂਗਾ। ਬਈ ਤੁਸੀਂ ਰੁਪਈਆ ਬਚਾਉਣੇ ਆ, 10 ਰੁਪਈਏ ਦੀ ਐਡਵਰਟਾਈਜ਼ਮੈਂਟ ਕਰ ਦਿੰਦੇ ਆ। ਜਿੱਦਣ ਭਗਵੰਤ ਮਾਨ ਜੀ ਨੇ ਸਹੁੰ ਚੁੱਕੀ ਆ ਉੱਥੇ ਭਾਵੇਂ ਫੰਕਸ਼ਨ 'ਤੇ ਕਰੋੜ ਰੁਪਈਆ ਲੱਗਾ, ਨਹੀਂ 6 ਕਰੋੜ ਦੀ ਐਡ ਦੇ ਦਿੱਤੀ, ਔਰ ਉਹ ਵੀ ਬਾਹਰਲੇ ਸੂਬਿਆਂ ਨੂੰ। ਮੈਂ ਕਹਿੰਦਾ ਚਲੋ ਪੰਜਾਬ ਦੇ ਪੰਜਾਬੀ ਦੇ ਪੇਪਰਾਂ ਨੂੰ ਦੇ ਦਿਓ, ਕੋਈ ਪੰਜਾਬੀ ਦੇ ਚੈਨਲਾਂ ਨੂੰ ਦੇ ਦਿਓ। ਮੈਂ ਸਮਝ ਸਕਦਾ ਵੀ ਹਾਂ ਵੀ ਚਲੋ ਵੀ ਪੰਜਾਬੀ ਨੂੰ ਇਹ ਉਤਸ਼ਾਹਿਤ ਕਰ ਰਹੇ ਆ। ਬਈ ਕਿਤੇ ਕਿਸੇ ਲੈਂਗੁਏਜ ਨੂੰ, ਕਿਤੇ ਕਿਸੇ ਲੈਂਗੁਏਜ ਨੂੰ ਆਪਾਂ ਕੀ ਕਰ ਰਹੇ ਹਾਂ ਇਹ। ਅੱਛਾ ਇਹ ਕਿਹਨੂੰ ਨਹੀਂ ਸਮਝ ਆਉਂਦੀ। ਮੈਂ ਤਾਂ ਅਫਸਰਾਂ ਨੂੰ ਵੀ ਕਿਹਾ, ਮੈਂ ਕਿਹਾ ਸੁਧਰ ਜਾਓ ਤੁਸੀਂ ਵੀ, ਕਿਉਂਕਿ ਤੁਸੀਂ ਕੀ ਜਸਟੀਫਾਈ ਕਰੋਗੇ ਕਿ ਹਾਂ ਵੀ ਤੁਸੀਂ ਤਾਮਿਲਨਾਡੂ ਦੇ ਵਿੱਚ, ਗੁਜਰਾਤ ਦੇ ਵਿੱਚ, ਮੱਧ ਪ੍ਰਦੇਸ਼ ਜਾ ਕੇ ਐਡ ਦਿੰਦੇ ਹੋ। ਲੱਗਦਾ ਕਿ ਆਮ ਆਦਮੀ ਪਾਰਟੀ ਹੁਣ 24 ਦੀ ਤਿਆਰੀ ਕਰਕੇ ਬੈਠੀ ਹੈ। ਨਹੀਂ ਚਲੋ 24 ਦੀ ਤਿਆਰੀ ਕਰਨ, ਇਹ 27 ਤਾਮਿਲਨਾਡੂ 'ਚ 24 ਦੀ ਕਰਨ, 27 ਦੀ ਕਰਨ, ਕਿਸੇ ਚੀਜ਼ ਦੀ ਕਰਨ, ਮੈਨੂੰ ਇਹ ਕੰਸਰਨ ਨਹੀਂ ਹੈਗਾ। ਕੰਸਰਨ ਤਾਂ ਇਹ ਆ ਕਿ ਪੰਜਾਬ ਦਾ ਜਿਹੜਾ ਪੈਸਾ ਆ, ਤੁਸੀਂ ਸਾਰਿਆਂ ਨੇ ਕਿਹਾ ਵੀ ਪਿਛਲੀਆਂ ਸਰਕਾਰਾਂ ਨੇ ਕੁੱਟਿਆ ਲੁੱਟਿਆ, ਇਹ ਕੀਤਾ ਉਹ ਕੀਤਾ, ਇਹਨਾਂ ਨੇ ਵਾਈਟ ਪੇਪਰ ਵੀ ਲਿਆਂਦਾ। ਤੁਸੀਂ ਜਗਤਾਰ ਜੀ ਮੈਨੂੰ ਤੁਸੀਂ ਸਮਝਾ ਦਿਓ, ਤੁਸੀਂ ਵਧੀਆ ਸੁਲਝੇ ਹੋਏ ਪੱਤਰਕਾਰ ਹੋ। ਜੇ ਵਾਈਟ ਪੇਪਰ ਲਿਆਂਦਾ ਪਹਿਲੀ ਗੱਲ ਤਾਂ ਉੱਤੇ ਡਿਸਕਸ਼ਨ ਕਰਾਉਣੀ ਚਾਹੀਦੀ ਸੀ। ਜੇ ਨਹੀਂ ਵੀ ਡਿਸਕਸ਼ਨ ਕਰਾਈ ਤਾਂ ਫਿਰ ਜਿਹੜਾ ਆਪਣਾ ਬਜਟ ਆ ਇਹਨਾਂ ਦਾ, ਉਹਦੇ ਵਿੱਚ ਕੁਛ ਚੀਜ਼ਾਂ ਤਾਂ ਇਹੋ ਜਿਹੀਆਂ ਲਿਆਉਂਦੇ ਵੀ ਜਿਹਦੇ ਵਿੱਚ ਕਰੈਕਸ਼ਨ ਲੱਗਦੀ ਵੀ ਹਾਂ ਵੀ ਇਹ ਕਰੈਕਸ਼ਨ ਵੱਲ ਨੂੰ ਤੁਰਨ ਲੱਗੇ ਆ। ਨਾ ਉਹਦੇ 'ਚ ਕਰੈਕਸ਼ਨ ਵੱਲ ਨੂੰ ਤੁਰਨ, ਸਿਰਫ ਕਹਿਣਾ ਕਰਨਾ ਕੁਛ ਨਹੀਂ। ਬਜਟ ਬਣਾਉਣਾ ਨਹੀਂ ਆਇਆ ਜਾਂ ਪੇਸ਼ ਕਰਨਾ ਨਹੀਂ ਆਇਆ ਜੀ? ਨਹੀਂ ਬਜਟ ਬਣਾਉਣਾ ਹੀ ਨਹੀਂ ਆਇਆ, ਕਿਸੇ ਨੇ ਪੜ੍ਹਿਆ ਹੀ ਨਹੀਂ, ਕਿਸੇ ਨੇ ਦੇਖਿਆ ਹੀ ਨਹੀਂ ਮੇਰੇ ਹਿਸਾਬ ਨਾਲ।
ਅੱਛਾ ਬਾਬੂ ਨੇ ਐਕਸਲ ਸ਼ੀਟ ਤਿਆਰ ਕੀਤੀ ਬਈ ਜਾਂ ਤਾਂ ਉਹ ਮੈਂ ਤਾਂ ਕੱਲ੍ਹ ਵੀ ਕਿਹਾ ਸੀ ਮੈਂ ਕਿਹਾ ਇੱਥੇ ਫਾਈਨਾਂਸ ਮਿਨਿਸਟਰ ਬੈਠੇ ਹੋਣ ਮੈਂ ਤਾਂ ਮੈਨੂੰ ਜੇ ਟਾਈਮ ਦੇਣਾ ਨਾ ਜਦੋਂ CM ਤੇ ਫਾਈਨਾਂਸ ਮਿਨਿਸਟਰ ਬੈਠੇ ਹੋਣ ਤੇ ਫਾਈਨਾਂਸ ਸੈਕਟਰੀ ਬੈਠੇ ਹੋਣ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਹਾਂ ਵੀ ਆਹ ਦੱਸੋ ਵੀ ਕਿਹੋ ਜਿਹਾ ਬਜਟ ਹੈਗਾ ਇਹ ਕਿਹੜੀਆਂ ਬਦਲਾਅ ਵਾਲੀਆਂ ਗੱਲਾਂ ਤਾਂ ਹੈਗੀਆਂ ਦੱਸ ਤਾਂ ਦਿਓ ਨਾ। ਮੈਂ ਕਿਹਾ ਜਾਂ ਬਜਟ ਆਫੀਸਰ ਹੀ ਹੋਵੇ ਕਹਿੰਦੇ ਨਹੀਂ ਬਾਕੀ ਅਫਸਰ ਬੈਠੇ ਆ। ਮਤਲਬ ਇਹ ਤਾਂ ਕੋਈ ਗੱਲ ਨਾ ਹੋਈ ਨਾ। ਮੈਂ ਤਾਂ ਉਰਾ ਪਰਾਂ ਹੋ ਕੇ ਗੱਲ ਨਹੀਂ ਕਰਦਾ ਮੈਂ ਤਾਂ ਸਾਹਮਣੇ ਗੱਲ ਕਰਦਾ ਵੀ ਦਿਸ ਇਜ਼ ਦਾ ਪ੍ਰੋਬਲਮ ਐਂਡ ਅਸੀਂ ਕਹਿੰਦੇ ਆ ਤੁਸੀਂ ਸੋਲਿਊਸ਼ਨ ਕੱਢੋ ਯਾਰ। ਮੈਂ ਕਹਿੰਦਾ ਜਿਹੜੇ ਬੰਦਿਆਂ ਨੇ ਕੋਈ ਮਾੜਾ ਕੰਮ ਕੀਤਾ ਆ ਮੰਨ ਲਓ ਅੰਸਾਰੀ ਵਾਲੀ ਗੱਲ ਕੱਲ੍ਹ ਕੀਤੀ ਹੈਗੀ ਆ ਅੱਛਾ ਬਈ ਸਰਕਾਰ ਇਹਨਾਂ ਦੀ ਠੋਕੋ ਜਿਹਨੂੰ ਠੋਕਣਾ ਪ੍ਰੂਵ ਕਰੋ ਕਿਉਂਕਿ ਗੱਲਾਂ ਕਹਿਣੀਆਂ ਦੇਖੋ ਇਸ ਹਾਊਸ ਦੇ ਵਿੱਚ ਵੀ ਬਹੁਤ ਗੱਲਾਂ ਕਹੀਆਂ ਜਾਂਦੀਆਂ ਵਿਜੀਲੈਂਸ ਦੇ ਜਿਹੜੇ ਇਸ਼ੂਜ਼ ਹੈਗੇ ਆ ਅੱਛਾ ਇਹ ਲੈਸ ਦੈਨ 1% ਕਨਵਿਕਸ਼ਨ ਹੈ ਯਾਰ ਕਿਸੇ ਨੂੰ ਤੁਸੀਂ ਕਰੈਕਟਰ ਅਸੈਸੀਨੇਸ਼ਨ ਤਾਂ ਨਾ ਕਰ ਦਿਓ। ਹਾਂ ਜਿਹੜਾ ਕਨਵਿਕਸ਼ਨ ਤੱਕ ਜਾਣ ਵਾਲਾ ਹੈਗਾ ਉਹ ਲਿਜਾਓ ਮੈਂ ਨਹੀਂ ਕਹਿੰਦਾ ਨਾ ਲਿਜਾਓ। ਮਤਲਬ ਆਮ ਆਦਮੀ ਪਾਰਟੀ ਤੁਹਾਡੇ ਅਗਰ ਮੰਨਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਅਸੈਸੀਨੇਸ਼ਨ ਕਰ ਰਹੀ ਹੈ ਜੀ ਤੇ ਹੋਰ ਮੇਰੇ ਕਹਿਣ ਦਾ ਮਤਲਬ ਹੋਰ ਇਹ ਕਿੱਧਰ ਨੂੰ ਤੁਰੇ ਫਿਰਦੇ ਆ। ਮੈਂ ਕਹਿੰਦਾ ਜੇ ਕੋਈ ਕਿਸੇ ਮਿਨਿਸਟਰ ਨੇ ਕੋਈ ਗਲਤ ਗੱਲ ਕੀਤੀ ਹੈ ਤੇ ਉਹ ਕਰੇ ਜ਼ਰੂਰ ਉਹ ਭੁਗਤੇ ਜ਼ਰੂਰ ਵੀ ਵਿਲ ਨਾਟ ਡਿਫੈਂਡ ਹਿਮ ਬਟ ਕਮ ਸੇ ਕਮ ਸੋਚ ਸਮਝ ਕੇ ਤਾਂ ਕਰੋ ਨਾ। ਸੋਚ ਅੱਛਾ ਇਲਜ਼ਾਮ ਲਾਈ ਜਾਣੇ ਵੀ ਇੱਦਾਂ ਕਰ ਗਏ ਇੱਦਾਂ ਕਰ ਗਏ ਇੱਦਾਂ ਕਰ ਗਏ ਐਂਡ ਇੱਕ ਵੱਡਿਓ ਹੀ ਕਰ ਗਏ ਬਈ ਸਾਰੇ ਠੱਗ ਤਾਂ ਨਹੀਂ ਹੋ ਸਕਦੇ। ਮੈਂ ਕਹਿੰਦਾ ਹਰ ਪਾਰਟੀਆਂ 'ਚ ਕਿਤੇ ਨਾ ਕਿਤੇ ਮਾੜੇ ਚੰਗੇ ਬੰਦੇ ਹੁੰਦੇ ਆ ਪਰ ਸਾਰੇ ਇੱਕੋ ਜਿਹੇ ਤਾਂ ਨਹੀਂ ਹੁੰਦੇ। ਇਹ ਤਾਂ ਉੱਥੇ ਇਹਨਾਂ ਦੇ ਮਿਨਿਸਟਰ ਕਹਿੰਦੇ ਆ ਵੀ ਆਹ ਜਿਹੜੇ ਜੀ ਇਹਦਾ ਵਟ ਇਜ਼ ਦਿਸ ਕਰੈਕਟਰ ਅਸੈਸੀਨੇਸ਼ਨ ਕਰ ਰਹੇ ਨੇ ਕਿ ਜਾਂ ਮੈਚੁਰਿਟੀ ਲੈਵਲ ਦੀ ਕਿਤੇ ਨਾ ਕਿਤੇ ਤੁਹਾਨੂੰ ਕਮੀ ਲੱਗ ਰਹੀ ਹੈਗੀ। ਇਹਨੂੰ ਜਿੱਦਾਂ ਮਰਜ਼ੀ ਸਮਝ ਲਓ ਪਰ ਹੁੰਦਾ ਪਤਾ ਕੀ ਆ ਜਗਤਾਰ ਜੀ ਕਿਸੇ ਤੇ ਪਰਚਾ ਦਰਜ ਹੋ ਜਾਣਾ ਔਰ ਉਹਦੇ ਤੋਂ ਬਾਅਦ ਜਿਹੜਾ ਉਹਦੇ ਤੇ ਸਟਿਗਮਾ ਲੱਗਦਾ ਉਹ ਕਿੰਨਿਆਂ ਕੁ ਬੰਦਿਆਂ ਨੂੰ ਜਾ ਕੇ ਦੱਸੂਗਾ ਵੀ ਮੈਂ ਨਹੀਂ ਸੀਗਾ। ਅੱਛਾ ਪਹਿਲਾਂ ਹੀ ਜਿਹੜਾ ਪੋਲੀਟੀਕਲ ਬੰਦਾ ਪਹਿਲਾਂ ਹੀ ਉਹਦੀ ਇਮੇਜ ਜਿਹੜੀ ਬਹੁਤ ਮਾੜੀ ਹੋਈ ਆ ਜਾਂ ਤਾਂ ਤੁਸੀਂ ਇਸ ਸਿਸਟਮ ਤੋਂ ਬਾਹਰ ਨਿਕਲਣਾ ਹੋਵੇ ਜਾਂ ਤਾਂ ਤੁਸੀਂ ਕਿਤੇ ਡਿਕਟੇਟਰਸ਼ਿਪ ਵੱਲ ਨੂੰ ਜਾਣਾ ਹੋਵੇ ਜਾਂ ਕੋਈ ਹੋਰ ਮੈਥਡ ਹੋਵੇ ਨਹੀਂ ਤਾਂ ਯਾਰ ਉਹਨੂੰ ਠੀਕ ਕਰ ਲਈਏ ਅਸੀਂ। ਮੈਂ ਨਹੀਂ ਕਹਿੰਦਾ ਅਕ੍ਰੋਸ ਦਾ ਪਾਰਟੀ ਲਾਈਨ ਮੈਂ ਗੱਲ ਕਰਦਾ ਨਾਟ ਓਨਲੀ ਆਮ ਆਦਮੀ ਪਾਰਟੀ ਔਰ ਕਾਂਗਰਸ ਔਰ ਅਕਾਲੀ ਦਲ ਵੀ ਲੈਟ ਅਸ ਸਿਟ ਆਪਾਂ ਉੱਥੇ ਡਿਸਕਸ਼ਨ ਦਾ ਕੋਈ ਲੈਵਲ ਹੋਵੇ। ਅੱਛਾ ਰੌਲਾ ਪਾ ਕੇ ਬਹਿ ਜਾਂਦੇ ਆ ਬਈ ਕਾਂਗਰਸ ਪਾਰਟੀ ਦੇ ਜਿਨ੍ਹਾਂ ਦੇ ਪਰਚੇ ਦਰਜ ਜੋ ਵਿਕਟਮ ਨੇ ਬਣਾਏ ਗਏ ਨੇ। ਨਹੀਂ ਮੈਂ ਨਹੀਂ ਕਹਿੰਦਾ ਵਿਕਟਮ ਬਣਾਏ ਗਏ ਪਰ ਮੇਰੇ ਕਹਿਣ ਦਾ ਮਤਲਬ ਬੜੀ ਸੁਹਿਰਦਤਾ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਮੈਂ ਕਹਿੰਦਾ ਜਿਹੜੇ ਬੰਦੇ ਜੇ ਕਿਸੇ ਨੇ ਕਰਪਸ਼ਨ ਕੀਤੀ ਉਹ ਭੁਗਤੇ। ਲੋਕ ਤਾਂ ਕਹਿ ਰਹੇ ਤੁਸੀਂ ਜਿਸ ਤਰ੍ਹਾਂ ਕਹਿ ਕੇ ਛੋਟੀ ਦਿੱਲੀ ਤੋਂ ਪੰਜਾਬ ਵਾਲੇ ਡਰਦੇ ਨੇ ਕਹਿੰਦੇ ਵੱਡੀ ਦਿੱਲੀ ਤੋਂ ਕਾਂਗਰਸ ਵਾਲੇ ਡਰਦੇ ਹੈਗੇ ਨੇ BJP 'ਚ ਸ਼ਾਮਲ ਹੋ ਰਹੇ ਨੇ। ਨਹੀਂ ਉਹ ਤਾਂ ਇਹ ਇਕੱਠੇ ਹੀ ਆ ਇਹ ਦੋ ਨਹੀਂ ਹੈਗੇ ਇਕੱਠੇ ਹੀ ਆ ਇੱਕ A ਟੀਮ ਹੈ ਇੱਕ B ਟੀਮ ਆ। ਇਹ ਦਬਕਾ ਦੁਬਕਾ ਜਿਹਾ ਜਦੋਂ ਮਾਰਦੇ ਜਾਂ ਇਹਦਾ ਕੋਈ ਕੱਚਾ ਕੂੜਾ ਜਿਹਾ ਹੁੰਦਾ ਜਿਹੜਾ ਮਾੜਾ ਮੋਟਾ ਜਿਹਨੂੰ ਲੱਗਦਾ ਹੁੰਦਾ ਉਹ ਫਿਰ ਉੱਧਰ ਨੂੰ ਚਲੇ ਜਾਂਦਾ। ਇਹ ਤਾਂ ਬੇਸਿਕਲੀ ਵੈਸੇ ਤਾਂ ਭਗਵੰਤ ਮਾਨ ਜੀ ਨੇ ਸਟੇਟਮੈਂਟ ਹੀ ਦਿੱਤੀ ਆ ਵੀ ਜੇ ਸਾਧੂ ਸਿੰਘ ਧਰਮਸੋਤ ਨੂੰ ਅਸੀਂ 3 ਵਜੇ ਨਾ ਫੜਦੇ ਤੇ ਸ਼ਾਇਦ ਉਹ BJP 'ਚ ਹੀ ਚਲੇ ਜਾਂਦੇ। ਸੋ ਇਹਦਾ ਮਤਲਬ BJP 'ਚ ਜਾ ਕੇ ਫਿਰ ਉਹ ਕੋਈ ਵਾਸ਼ਿੰਗ ਮਸ਼ੀਨ ਹੈ ਜਿਹਦੇ ਨਾਲ ਸਾਫ਼ ਹੋ ਜਾਂਦੇ ਆ। ਕੀ ਲੱਗਦਾ ਕਾਂਗਰਸ ਪਾਰਟੀ ਦੀ ਸਰਕਾਰ ਦੀ ਤੇ ਤੁਸੀਂ ਦਸ਼ਾ ਦੱਸਤੀ ਤੁਹਾਡੀ ਪਾਰਟੀ ਦੀ ਦਿਸ਼ਾ ਦਸ਼ਾ ਕੀ ਲੱਗਦੀ ਹੈਗੀ? ਨਹੀਂ ਕੋਈ ਗੱਲ ਨਹੀਂ ਦੇਖੋ ਜਗਤਾਰ ਜੀ ਅਸੀਂ ਬੜੇ ਮੈਚ ਹਾਰੇ ਆ ਬੜੇ ਜਿੱਤੇ ਆ। ਅੱਛਾ ਜਿਹੜਾ ਮੈਚ ਹਾਰ ਕੇ ਉਦੋਂ ਬਾਅਦ ਵਧੀਆ ਖੇਡਦੇ ਆ। ਅੱਛਾ ਇੱਥੇ ਲੀਡਰ ਮੁੱਕ ਗਏ ਕਿ ਇੱਥੇ ਸਿਸਟਮ ਖੜ ਗਿਆ। ਅੱਛਾ ਸਾਨੂੰ ਬੇਸਿਕਲੀ ਮਾਨਸਿਕ ਤੌਰ ਤੇ ਤਕੜੇ ਹੋ ਕੇ ਚੰਗੇ ਬੰਦੇ 117 ਬੰਦੇ ਹੀ ਚੰਗੇ ਚਾਹੀਦੇ ਆ ਨਾ ਹੋਰ ਕੀ ਗੱਲ ਆ। ਠੀਕ ਹੈ ਨਾ ਜਿਹਦੇ ਤੇ ਉਸ ਕੌਨਸਟੀਚੁਐਂਸੀ ਵਾਲੇ ਲੋਕਾਂ ਨੂੰ ਇਤਬਾਰ ਹੋਵੇ ਵੀ ਹਾਂ ਵੀ ਇਹ ਬੰਦਾ ਠੀਕ ਹੈਗਾ। ਗਲਤ ਹੈ ਲੋਕ ਤੇ ਚੰਗੇ ਕਰਕੇ ਭੇਜਦੇ ਹੈਗੇ ਨੇ ਬਾਅਦ ਚ ਮਾੜੇ ਨਿਕਲ ਆਉਂਦੇ ਨੇ। ਨਹੀਂ ਚਲੋ ਉਹ ਅਲੱਗ ਗੱਲ ਹੈਗੀ ਆ ਪਰ ਡਿਪੈਂਡ ਕਰਦਾ ਕਿ ਤੁਸੀਂ ਕਿਹੋ ਜਿਹੇ ਸਿਸਟਮ ਨੂੰ ਹੈਂਡਲ ਕਰਨਾ ਚਾਹੁੰਦੇ ਆ। ਮੇਰੇ ਵਰਗਾ ਬੰਦੇ ਦਾ ਤਾਂ ਮੈਂ ਤਾਂ ਕੋਈ ਪੋਲੀਟੀਕਲ ਪਿਛੋਕੜ ਦਾ ਬੰਦਾ ਨਹੀਂ ਹੈਗਾ। ਅੱਛਾ ਨਾ ਮੈਂ ਇੱਦਾਂ ਹੀ ਹਾਂ ਵੀ ਪਤਾ ਨਹੀਂ ਮੈਂ ਖਰੇ 20 ਸਾਲ ਕਰਨੀ ਆ 30 ਸਾਲ ਕਰਨੀ ਨਾ ਜਿੰਨੀ ਕੁ ਕਰਨੀ ਠੀਕ ਕਰਨੀ ਆ ਠੋਕ ਵਜਾ ਕੇ ਕਰਨੀ ਆ। ਪਹਿਲਾਂ ਲੜਾਈ ਕੈਪਟਨ ਅਮਰਿੰਦਰ ਸਿੰਘ ਨਾਲ ਰਹੀ ਉਦੋਂ ਪਹਿਲਾਂ ਸੁਖਬੀਰ ਬਾਦਲ ਨਾਲ ਰਹੀ ਆ। ਠੀਕ ਆ ਹੁਣ ਜਿਹੜਾ ਬੰਦਾ ਜੇ ਪੰਜਾਬ ਲਈ ਇਹ ਚੰਗਾ ਕਰਨਗੇ ਇਹਨਾਂ ਨੂੰ ਐਪਰੀਸ਼ੀਏਟ ਕਰਾਂਗੇ ਜੇ ਚੰਗਾ ਕਰਨਗੇ। ਉਮੀਦ ਹੈਗੀ ਭਗਵੰਤ ਮਾਨ ਤੇ ਵੀ ਚੰਗਾ ਕਰੂਗਾ ਜੀ? ਦੇਖੋ ਮੈਨੂੰ ਲੱਗਦਾ ਨਹੀਂ ਹੈ। ਉਹਦਾ ਕਾਰਨ ਇਹ ਆ ਕਿ ਇੱਕ ਤਾਂ ਜਿਹੜਾ ਮੈਂ ਦੱਸਿਆ ਨਾ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਉਹ ਦਿੱਲੀ ਵਾਲਾ ਉਹ ਬੜਾ ਇਹਨਾਂ ਤੇ ਕਿਤੇ ਨਾ ਕਿਤੇ ਘਰ ਕਰੀ ਬੈਠਾ ਵੀ ਦਿੱਲੀ 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 ਦਿੱਲੀ। ਅੱਛਾ ਜਿਹੜਾ ਬੰਦਾ ਇੰਨਾ ਦਿੱਲੀ ਤੋਂ ਡਰੇ ਨਾ ਉਹ ਪੰਜਾਬ ਲਈ ਕੁਝ ਕਰ ਨਹੀਂ ਸਕਦਾ। ਮੈਂ ਨਹੀਂ ਕਹਿੰਦਾ ਭਗਵੰਤ ਮਾਨ ਦੀ ਇੰਟੈਂਸ਼ਨ ਮਾੜੀ ਨਹੀਂ ਹੈਗੀ ਵੈਲ ਇੰਟੈਂਸ਼ਨਡ ਬੰਦਾ
ਬਟ ਐਂਡ ਆਫ ਦਾ ਡੇ ਤੁਸੀਂ ਡਿਲੀਵਰ ਤਾਂ ਤੁਸੀਂ ਕਰੋਗੇ ਨਾ। ਭਗਵੰਤ ਮਾਨ ਦੀ ਸੋਚ ਤੇ ਪਹਿਰਾ ਦੇਣ ਵਾਲਾ, ਉੱਥੇ ਸਹੁੰ ਖਾਣ ਵਾਲਾ, ਕੇਸਰੀ ਪੱਗ ਬੰਨ੍ਹਣ ਵਾਲਾ ਦਿੱਲੀ ਤੋਂ ਡਰਦਾ ਤੁਹਾਨੂੰ ਲੱਗਦਾ? ਮੈਨੂੰ ਤਾਂ ਲੱਗਦਾ ਬਿਲਕੁਲ ਲੱਗਦਾ। ਇਹ ਤਾਂ ਸਾਰੇ ਦੇ ਸਾਰੇ ਇੱਦਾਂ ਕਰਦੇ ਆ, ਸਾਰੇ ਇੱਦਾਂ ਕਰਦੇ ਆ ਜਿੱਦਾਂ ਵੀ ਪਤਾ ਨਹੀਂ ਇਹ ਕੋਈ ਬੰਧੂਆ ਮਜ਼ਦੂਰ ਹੁੰਦੇ ਆ, ਕਿਸੇ ਦੇ ਗੁਲਾਮ ਹੁੰਦੇ ਆ। ਬਈ ਯਾਰ ਠੀਕ ਆ ਯਾਰ, ਅਸੀਂ ਇੱਕ ਪਾਰਟੀ 'ਚ ਹੈਗੇ ਆ, ਰਿਸਪੈਕਟ ਕਰਨੀ ਚਾਹੀਦੀ। ਮੈਂ ਨਹੀਂ ਕਹਿੰਦਾ ਉਹਨਾਂ ਦੀ ਰਿਸਪੈਕਟ ਕਰੋ, ਜੋ ਕਰਨਾ ਕਰੋ ਪਾਰਟੀ ਦੇ ਤੌਰ 'ਤੇ, ਬਟ ਯਾਰ ਨੋਟ ਐਟ ਦਾ ਕਾਸਟ ਆਫ ਪੰਜਾਬ। ਉਹ ਤਾਂ ਕਹਿੰਦੇ ਸੀ ਜਦੋਂ ਤੁਹਾਡੀ ਸਰਹੱਦ ਤੋਂ ਵੀ ਤੇ ਕਾਂਗਰਸ ਪਾਰਟੀ ਹਾਈ ਕਮਾਨ ਤੋਂ ਪੁੱਛਣ ਤੋਂ ਬਗੈਰ ਪੱਤਾ ਨਹੀਂ ਹਿਲਦਾ ਸੀ। ਨਹੀਂ ਯਾਰ, ਉਹ ਤਾਂ ਜਿਹੜਾ ਬੰਦਾ ਐਟ ਦਾ ਹੈਲਮ ਆਫ ਫੇਅਰ 'ਚ ਹੁੰਦਾ, ਮੈਂ ਉਹਦੀ ਗੱਲ ਕਰਦਾ। ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਪੰਗਾ ਲਿਆ। ਮੈਂ ਤਾਂ ਜਿਹਦੇ ਨਾਲ ਜਿਹੜਾ ਪੰਜਾਬ ਲਈ ਦੀ ਗੱਲ ਨਹੀਂ ਕਰਦਾ ਨਾ, ਮੇਰਾ ਤਾਂ ਉਹਦੇ ਨਾਲ ਪੰਗਾ ਹੁੰਦਾ। ਕਿਉਂਕਿ ਐਂਡ ਆਫ ਦਾ ਡੇ ਜੇ ਸਾਡਾ ਸੂਬਾ ਹੀ ਨਹੀਂ ਕਿਤੇ ਨਾ ਕਿਤੇ ਅਸੀਂ ਹੌਲੀ ਹੌਲੀ ਇਹਨੂੰ ਥੱਲੇ ਹੀ ਲੈ ਗਏ, ਫਿਰ ਅਸੀਂ ਉਹਦੇ ਵਿੱਚ ਹੋਏ ਚਾਹੇ ਨਾ ਹੋਏ, ਮੈਂ ਇੰਨਾ ਕੋਈ ਬਹੁਤਾ ਸ਼ੌਂਕ ਨਹੀਂ ਰੱਖਦਾ। ਰਿਐਲਿਟੀ ਇਹ ਆ ਕਿ ਜਿੰਨਾ ਚਿਰ ਜੇ ਕੁਛ ਕੰਟਰੀਬਿਊਟ ਕਰ ਸਕਦੇ ਹਾਂ ਆਪਣੀ ਕੌਂਸਟੀਚੁਐਂਸੀ ਲਈ, ਪੰਜਾਬ ਲਈ, ਉੱਥੇ ਚੰਗੀ ਚੀਜ਼ ਆ, ਉੱਥੇ ਇਸ ਸਰਕਾਰ ਨੂੰ ਵੀ ਐਪਰੀਸ਼ੀਏਟ ਕਰਾਂਗੇ ਜੇ ਚੰਗੀਆਂ ਚੀਜ਼ਾਂ ਕਰਨਗੇ। ਇੱਕ ਤਾਂ ਆਖਰੀ ਸਵਾਲ ਹੈ ਜੀ, ਸੰਗਰੂਰ ਦਾ ਰਿਜ਼ਲਟ ਤੇ ਆ ਹੀ ਗਿਆ, ਉਹਨੇ ਤੇ ਸਰਕਾਰ ਦਾ ਦੱਸ ਹੀ ਦਿੱਤਾ ਹੈਗਾ। ਵੈਸੇ ਤੁਹਾਨੂੰ ਕਿਵੇਂ ਲੱਗਦਾ ਸਰਕਾਰ ਦੇ 100 ਦਿਨ ਜੀ? ਸਰਕਾਰ ਦੇ 100 ਦਿਨਾਂ 'ਚ ਇਹ ਨਹੀਂ 40 ਕਰੋੜ ਦੀ ਐਡ ਜ਼ਰੂਰ ਦੇਤੀ ਆ। ਤੁਹਾਨੂੰ ਹੁਣ ਪਤਾ ਨਹੀਂ ਮਿਲੀ ਕਿ ਨਹੀਂ ਮਿਲੀ, ਮੈਨੂੰ ਨਹੀਂ ਪਤਾ, ਪਰ ਜਿਹੜਾ ਇਲੈਕਟ੍ਰੋਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ, ਔਰ ਉਹਦੇ ਵਿੱਚੋਂ ਵੀ 80% ਸੂਬੇ ਤੋਂ ਬਾਹਰ, 80% ਸੂਬੇ ਤੋਂ ਬਾਹਰ। ਮੇਰੇ ਚਿਹਰੇ ਤੇ ਲੱਗਦਾ ਹੈਗਾ ਕਿ ਮੈਨੂੰ ਮਿਲੀ ਹੈਗੀ। ਨਹੀਂ ਮੈਂ ਤਾਂ ਲਾਈਟਰ ਵੇਨ 'ਚ ਗਿਆ, ਪਰ ਕਿਉਂਕਿ ਮੈਨੂੰ ਦੇਖੋ, ਜੇ ਪੰਜਾਬੀ ਨੂੰ ਪ੍ਰਮੋਟ ਕਰਨ ਲਈ ਦੇ ਦਿੰਦੇ ਨਾ, ਸ਼ਾਇਦ ਫਿਰ ਮੈਂ ਨਾ ਕਹਿੰਦਾ, ਪਰ ਗੁਜਰਾਤ ਦੂਜੇ ਤੀਜੇ ਮੈਨੂੰ ਇਹ ਗੱਲਾਂ ਠੀਕ ਨਹੀਂ ਲੱਗਦੀਆਂ। ਅੱਜ ਦਿੱਲੀ ਦੇ ਮੁੱਖ ਮੰਤਰੀ ਦੀਆਂ ਵੀ ਪੰਜਾਬ ਦੀਆਂ ਅਖਬਾਰਾਂ 'ਚ ਐਡ ਲੱਗੀ ਹੈਗੀ, ਉਹ ਤੇ ਪ੍ਰਚਾਰ ਕਰਦੇ ਰਹਿੰਦੇ ਹੈਗੇ ਜੀ, ਇਹਦੇ 'ਚ ਮੈਨੂੰ ਲੱਗਦਾ ਗੁਨਾਹ ਨਹੀਂ ਕੋਈ ਲੱਗਦਾ। ਨਹੀਂ, ਗੁਨਾਹ ਨਹੀਂ ਹੈ ਬਈ, ਤੁਸੀਂ ਮੈਂ ਕਹਿੰਦਾ ਕੰਮ ਕਰੋ, ਨਾਲ ਪ੍ਰਚਾਰ ਕਰ ਲਓ, ਪਰ ਪ੍ਰਚਾਰ ਕਰਕੇ ਕੰਮ ਨਾ ਕਰੋ। ਕੰਮ ਕੋਈ ਕਰਨਾ ਨਹੀਂ। ਦੇਖੋ ਜਗਤਾਰ ਜੀ, ਜਿਹੜਾ ਜੋਕਰ ਹੁੰਦਾ ਨਾ, ਉਹਦਾ ਸਰਕਸ 'ਚ ਰੋਲ ਹੁੰਦਾ। ਜੇ ਸਰਕਸ ਹੀ ਹੈ ਨਹੀਂ, ਫਿਰ ਜੋਕਰ ਕਾਹਦੇ ਕੰਮ ਦਾ? ਇਕੱਲੇ ਜੋਕਰ ਨਾਲ ਤੁਸੀਂ ਸਰਕਸ ਥੋੜ੍ਹੀ ਚਲਾ ਸਕਦੇ, ਇਕੱਲੇ ਸੋਸ਼ਲ ਮੀਡੀਆ ਨਾਲ। ਸਰਕਸ ਤੇ ਜੋਕਰ ਕੌਣ ਆ? ਨਹੀਂ, ਮੈਂ ਯਾਰ ਇਹਨਾਂ ਨੂੰ ਨਹੀਂ ਕਹਿ ਰਿਹਾ, ਮੈਂ ਇੱਕ ਐਗਜ਼ਾਮਪਲ ਦੇ ਰਿਹਾ ਵੀ ਜੋਕਰ ਦਾ ਕੰਮ ਜੋਕਰ ਤੋੜੋ ਲਾਓ, ਪਰ ਸਰਕਸ ਨੂੰ ਮੇਨ ਚਲਾਓ। ਉਹਦੇ ਵਿੱਚ ਜੋ ਕੰਟੈਂਟ ਚਾਹੀਦਾ, ਜੋ ਕਰਨ ਦੀ ਜ਼ਰੂਰਤ ਹੈ ਉਹ ਕਰੋ, ਬਟ ਇਹ ਨਾ ਕਰੋ ਵੀ ਹਾਂ ਵੀ ਤੁਹਾਡਾ ਜੋਕਰ ਹੀ ਇਕੱਲਾ ਸਰਕਸ ਚਲਾ ਦੂਗਾ। ਇੱਦਾਂ ਨਹੀਂ ਹੋਣੀ। ਬਹੁਤ ਮਿਹਰਬਾਨੀ। ਔਰ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ, ਪੰਜਾਬ ਦੇ ਲੋਕ ਲਗਾਤਾਰ ਬਦਲਾਅ ਚਾਹੁੰਦੇ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਦੀ ਸਰਕਾਰ ਕਾਂਗਰਸ ਸੀ, ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ, ਪਰ ਪੰਜਾਬ ਉੱਥੇ ਦਾ ਉੱਥੇ ਖੜਾ। ਉਮੀਦ ਕਰਦੇ ਹਾਂ ਕਿ ਚੰਗਾ ਹੋਏਗਾ, ਪਰ ਫਿਲਹਾਲ ਜਿਹੜਾ 100 ਦਿਨ ਦਾ ਜਿਹੜਾ ਕਾਰਗੁਜ਼ਾਰੀ ਸੀ, ਉਹ ਸਾਰਿਆਂ ਨੇ ਸੰਗਰੂਰ ਦੇ ਰਿਜ਼ਲਟ ਤੋਂ ਅੰਦਾਜ਼ਾ ਲਗਾ ਹੀ ਲਿਆ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।